ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਜੁਗੋ ਜੁਗ ਅਟਲ ਗੁਰਤਾ ਗੱਦੀ ਤੇ ਸ਼ੁਭਾਏਮਾਨ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਨੂੰ ਪ੍ਰਾਪਤ ਕਰਦਿਆਂ ਹੋਇਆਂ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ, ਸੰਤ ਬਾਬਾ ਹਰਨਾਮ ਸਿੰਘ ਜੀ, ਮਹਾਂਪੁਰਖਾਂ ਦੇ ਤਪ ਅਸਥਾਨ ਨਗਰ ਤੱਲਣ ਜ਼ਿਲ੍ਹਾ ਜਲੰਧਰ ਵਿਖੇ ਇਤਿਹਾਸ ਦੀ ਲੜੀਵਾਰ ਕਥਾ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਗੁਰੂ ਚਰਨਾਂ ਵਿੱਚ ਜੁੜ ਕੇ ਵਡਭਾਗੀ ਰੂਹਾਂ ਨੇ ਗੁਰੂ ਕੀ ਬਾਣੀ ਦਾ ਕੀਰਤਨ ਤਥਾ ਰਹਿਰਾਸ ਸਾਹਿਬ ਦੇ ਪਾਠ ਸਰਵਣ ਕੀਤੇ ਹਨ। ਸਤਿਗੁਰਾਂ ਦੇ ਪਵਿੱਤਰ ਅਸਥਾਨ ਉੱਤੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਕਵੀ ਦੀ ਕਲਮ ਤੋਂ ਲਿਖਿਆ ਹੋਇਆ ਇਹ ਮਹਾਨ ਗ੍ਰੰਥ, ਉਸ ਦੇ ਵਿੱਚੋਂ ਸਤਿਗੁਰਾਂ ਦਾ ਸੋਹਣਾ ਸੁੰਦਰ ਇਤਿਹਾਸ ਚੱਲ ਰਿਹਾ ਹੈ। ਸਤਿਗੁਰਾਂ ਦੇ ਪਵਿੱਤਰ ਇਤਿਹਾਸ ਨੂੰ ਨਿੱਤਾ ਪ੍ਰਤੀ ਸਰਵਣ ਕਰਕੇ ਆਪਾਂ ਆਨੰਦ ਮਾਣਦੇ ਹਾਂ, ਸੋਝੀ ਪ੍ਰਾਪਤ ਕਰਦੇ ਹਾਂ। ਗੁਰੂ ਚਰਨਾਂ ਵਿੱਚ ਬੈਠ ਕੇ ਆਨੰਦ ਮਾਣਦੇ ਹਾਂ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਮੁਤਾਬਕ ਭਾਈ ਦਇਆ ਸਿੰਘ ਜੀ ਸੰਗਤਾਂ ਦੇ ਪ੍ਰਸ਼ਨਾਂ ਦੇ ਉੱਤਰ ਦੇ ਰਹੇ ਹਨ। ਗੁਰੂ ਕੀ ਸੰਗਤ ਦੇ ਸਵਾਲ ਹਨ ਕਿ ਕਰਮ ਕੀ ਹੈ, ਕਿੱਥੋਂ ਪੈਦਾ ਹੁੰਦਾ ਹੈ, ਇਹਨਾਂ ਕਰਮਾਂ ਕਰਕੇ ਜੀਵ ਬੰਧਨਾਂ ਵਿੱਚ ਕਿਵੇਂ ਪੈਂਦਾ ਹੈ, ਚੰਗੇ ਕਰਮਾਂ ਕਰਕੇ ਛੁਟਕਾਰਾ ਕਿਵੇਂ ਹੋ ਸਕਦਾ ਹੈ, ਜੋ ਕਰਮ ਹਨ ਕਾਲ ਚੱਕਰ ਵਿੱਚ ਪਾਉਂਦੇ ਹੈ, ਇਹ ਕਾਲ ਚੱਕਰ ਤੋਂ ਬਚਿਆ ਕਿਵੇਂ ਜਾ ਸਕਦਾ ਹੈ, ਤੇ ਗਿਆਨਵਾਨ ਕਿਵੇਂ ਹੋਈਦਾ ਹੈ, ਇਹ ਕਰਮ ਟਿਕਦੇ ਕਿੱਥੇ ਹਨ, ਗਿਆਨੀ ਪੁਰਸ਼ਾਂ ਦੇ ਕਰਮ ਕਿੱਧਰ ਚਲੇ ਜਾਂਦੇ ਹੈ, ਇਹ ਸਭ ਕੁਝ ਭਾਈ ਦਇਆ ਸਿੰਘ ਜੀ ਵਿਸਥਾਰ ਸਹਿਤ ਗੁਰੂ ਕੀਆਂ ਸੰਗਤਾਂ ਨੂੰ ਸਮਝਾ ਰਹੇ ਹਨ। 3 ਪ੍ਰਕਾਰ ਦੇ ਕਰਮ ਦੱਸੇ, ਕਿਰੇਮਾਨ ਕਰਮ, ਸੰਚਿਤ ਕਰਮ ਤੇ ਪ੍ਰਾਰਬਧ ਕਰਮ। ਕਹਿੰਦੇ ਇਹਨਾਂ ਨੂੰ 3 ਕਾਲਾਂ ਦੀ ਤਰ੍ਹਾਂ ਜਾਣ ਲਓ। ਕਹਿੰਦੇ ਕਰਮ ਹੈ ਇੱਕੋ ਹੀ, ਪਰ ਉਹਦੀ ਵੱਖਰੀ ਵੱਖਰੀ ਸੰਗਿਆ ਪੈ ਗਈ, ਵੱਖਰੇ ਵੱਖਰੇ ਨਾਮ ਪ੍ਰਚਲਿਤ ਹੋ ਗਏ। ਜਿਵੇਂ ਸਮਾਂ ਹੁੰਦਾ ਤਾਂ ਸਮਾਂ ਹੀ ਹੈ ਨਾ, ਕਾਲ ਹੀ ਹੈ, ਇੱਕੋ ਹੀ ਸਮਾਂ ਹੁੰਦਾ ਟਾਈਮ, ਪਰ ਉਹਦੇ ਆਪਾਂ 3 ਨਾਂ ਪਾਉਂਦੇ ਆ। ਜਿਹੜਾ ਆਉਣ ਵਾਲਾ ਹੈ ਉਹਨੂੰ ਆਪਾਂ ਭਵਿੱਖਤ ਕਾਲ ਕਹਿੰਦੇ ਹਾਂ, ਫਿਊਚਰ ਟੈਂਸ। ਅਤੇ ਇਸੇ ਤਰ੍ਹਾਂ ਜਿਹੜਾ ਹੁਣ ਜਾ ਰਿਹਾ, ਬਤੀਤ ਹੋ ਰਿਹਾ, ਵਰਤ ਰਿਹਾ, ਉਹਨੂੰ ਆਪਾਂ ਕਹਿੰਦੇ ਹਾਂ ਵਰਤਮਾਨ, ਪ੍ਰੈਜ਼ੈਂਟ। ਅਤੇ ਜਿਹੜਾ ਸਮਾਂ ਇਹੀ ਸਮਾਂ ਲੰਘ ਗਿਆ, ਉਸ ਵੇਲੇ ਜਿਹੜਾ ਇਹੀ ਵਰਤਮਾਨ ਸਮੇਂ ਨੂੰ ਹੀ ਆਪਾਂ ਭੂਤਕਾਲ ਕਹਿੰਦੇ ਹਾਂ, ਪਾਸਟ ਕਹਿ ਦਿੰਦੇ ਹਾਂ, ਅਤੀਤ ਕਹਿ ਦਿੰਦੇ ਹਾਂ, ਬੀਤ ਚੁੱਕਿਆ ਕਹਿ ਦਿੰਦੇ ਹਾਂ। ਸੋ ਇਸੇ ਤਰ੍ਹਾਂ ਕਹਿੰਦੇ ਕਰਮ ਹੈ ਤਾਂ ਇੱਕੋ ਹੀ, ਕਿਰੇਮਾਨ ਕਰਮ ਹੈ। ਜਦੋਂ ਇਕੱਤਰ ਹੋ ਜਾਂਦੇ ਹੈ ਕਿਰੇਮਾਨ, ਜੋ ਆਪਾਂ ਕਿਰਿਆ ਕਰ ਰਹੇ ਹੈ ਆਪਣੇ ਮਨ ਬਾਣੀ ਕਰਕੇ, ਸਰੀਰ ਕਰਕੇ, ਅਤੇ ਜਦੋਂ ਇਹ ਕਿਰਿਆ ਜਾਂ ਕਿਰੇਮਾਨ ਕਰਮ ਇਕੱਤਰ ਹੋ ਜਾਂਦੇ ਆ ਜਨਮਾਂ ਜਨਮਾਂਤਰਾਂ ਦੇ, ਜਿਵੇਂ ਭੱਥੇ ਵਿੱਚ ਆਪਾਂ ਤੀਰ ਇਕੱਠੇ ਕੀਤੇ ਹੁੰਦੇ ਆ, ਤਾਂ ਜਨਮਾਂ ਜਨਮਾਂਤਰਾਂ ਦੇ ਇਕੱਠੇ ਹੋਏ ਕਿਰੇਮਾਨ ਕਰਮਾਂ ਨੂੰ ਸੰਚਿਤ ਕਰਮ ਆਖਿਆ ਜਾਂਦਾ ਹੈ। ਅਤੇ ਸੰਚਿਤ ਕਰਮ ਜਦੋਂ ਸਾਨੂੰ ਇਹ ਫਲ ਦੇਣ ਲੱਗਦੇ ਹੈ, ਉਸ ਵੇਲੇ ਇਹਨੂੰ ਪ੍ਰਾਲਬਧ ਕਿਹਾ ਜਾਂਦਾ, ਪ੍ਰਾਰਬਧ।
सो ये तीन प्रकार के जिहड़े कर्म हैं, तो तिन्ने प्रकार के जिहड़े कर्म है ये फिर अगे जीव नूं फल कैसा दिंदे आ। जिवें प्रारब्ध है, वो कहते प्रारब्ध के मुताबिक ही जाति मिलती है, प्रारब्ध के मुताबिक ही आरबला उम्र मिलती है, तो प्रारब्ध के कारण ही जीव नूं भोग मिलते हैं। फिर अगे दस्या भी जाति दे विच भी अगे कई तरह दी किस्मां हन। कोई वड्डा है, कोई छोटा है, उत्तम है, मध्यम है, ते अधम है। सो एक रस इस प्रकार भी ये जाति दे विच ऊचता नीचता या दरम्यानता बनी रहिंदी है। तो इस प्रकार जिहड़ी आरबला है ये भी प्रारब्ध के मुताबिक मिलती है। किसी नूं एक निमख मात्री संसार विच साह लेना मिलता है, तो कोई सैकड़े हज़ारां लखां साल तक भी जिउंदा रहिंदा है। कईयां दी आरबला उम्र जिहड़ी है वो मंद कर्मा करने करके किसी दी जेलों में बीत जाती है, किसी दी किसी बीमारी रोग करके बैड के उत्ते पिया हस्पताल के बैड ते या घर विच मंजे ते पिया लंघ जाती है आरबला ही। पर प्रारब्ध ने जिस तरह का इनू फल दिता है उस प्रकार की उन्होंने मिल जाती है। तो इस तरह ही जिहड़े भोग है 14 लोकां दे विच ही ये भोगां नूं भोगिया जाता है। तो ये भोग की है? सुख अते दुख का अनुभव होना, अपने वड्डे पुणे का या छोटे पुणे का अनुभव होना, ते सुंदर स्वरूप या कोझा स्वरूप ये इस प्रकार का होना। ये भी कहते ये भोगां विच आउंदा है, पर यह सब कुछ मिलता प्रारब्ध के अनुसार है। सो इत्थों तक आपां ये जिहड़ा इतिहास का प्रसंग है श्री गुरप्रताप सूरज ग्रंथ विचों जो भाई दया सिंह जी ने दस्या, कर्मां दी फिलोसफी, कर्मां दी साइंस, कर्म विग्यान। सो आपां इत्थों तक बीते कल तो इस तो पहला 2-4 दिन पहला लगातार आपां ये सरवण करते आ रहे हाँ। आओ अगे जिमें इतिहास का प्रसंग चल रहा है बड़े प्यार दे नाल आपां सरवण करिए। मन बिरतियां की एकाग्रता लई एक बारी समूह संगतां उचारण करो जी, सतनाम श्री वाहिगुरु जी। सतनाम श्री वाहिगुरु साहिब दोहरा संचद ज्ञान परमार्थ सो ज्ञानी करे विनाश। हाँ, भाई दया सिंह जी गुरु की संगतां नूं गुरु के खालसे नूं संबोधन होके कह रहे हैं, कहने भाई जिहड़ा संचित कर्म है ना, इनू जिहड़ा ज्ञानवान पुरुष है जिन्हें गुरु नूं धारण कर लिया, गुरु तो जिन्हों ज्ञान की प्राप्ति हो गई, तो अपने आत्म स्वरूप नूं जिसने अनुभव कर लिया, भूल गयो अज्ञान ते अपनो आत्म रूप, ताही को फिर जानबो ज्ञान कहत कब भूप। अपने आत्मे की सोझी हो जानी, इनू कविराज ज्ञान कहते हैं। जो अज्ञानता के कारण मनुख भुल गया सी, कूड़ की कंध उसर गई सी, जिस करके इनू भुलेखा पै गया सी कि मैं आत्मा जीव आत्मा कोई वखरा हाँ, पर यह है परमात्मा की ही अंश है। जिहड़ा जीव आत्मा है सो ये शुद्ध परमात्मा की अंश है, उदा ही भाग है। पर अज्ञानता के कारण ये भुल जाता है जीव। तो जदों कोई ज्ञानी है चाहे अज्ञानी है, कहते प्रारब्ध जिहड़ी है उन्होंने सारिਆਂ ਨੂੰ समान ही फल दिंदी है। जिवें कहते भत्थे दे विच तीर रखे हुंदे है, ये समझ लो भी जिहड़े भत्थे विच रखे हुए तीर है ये किरेमान कर्म है, साडी मर्जी है उन्होंने चलाउणा या नहीं चलाउणा, भत्थे चों कढ़ना या नहीं कढ़ना। तो इस तरह जिहड़े संचित कर्म है वो धनुख दे
चिल्ले दे उत्ते चाढ़े हुए तीर की तरह, वो भी साड़ी मर्जी है भी इहनूं छड्डना खिच के जां नहीं छड्डना, वापस भत्थे विच पाउणा है। तो इस प्रकार कहते जिहड़ा प्रालब्ध है वो ऐसा तीर है, कहते जिहड़ा कमान दे विचों छुट गया वो फिर जाके निशाने ते लगदा ही लगदा है। इस प्रकार प्रालब्ध का जिहड़ा कर्म है वो हरेक मनुख नूं फल दिंदा ही दिंदा है, चाहे वह ज्ञानी है चाहे अज्ञानी है। तो फिर कहते गुरु धारण करन दा, ज्ञान प्राप्त करन दा लाभ की है? ज्ञानी मनुख इन्हां कर्मां दा सामना किवें करदा है? कहते ज्ञानी मनुख है ना जिहड़ा ज्ञानवान है, उहनूं भी ये प्रालब्ध का फल तो मिलता है, पर वो जदों प्रालब्ध दे विच उहदे दुख आउंदा है तो वह बहुता दुखी नहीं हुंदा, परमात्मा का भाणा मनदा ते ये कहंदा है कि ये कर्म नूं मैं ही कीता होया ते इहदा भुगता भी मैं हाँ, इहदा फल भी मैं भोगांगा। दादा दोष ना देऊ किसै, दोष कर्मा अपने आ, जो मैं किया सो मैं पाया, दोष ना दीजै अवर जना। कतक कर्म कमावणे, दोष ना काहू जोग। किसी होर दूजे नूं दोष देना ये योग नहीं है, चंगा नहीं है। सो कहते ज्ञानी अज्ञानी दोवां नूं फल की जिहड़ी प्राप्ति प्रारब्ध की है वो बराबर ही हुंदी है। जिहड़ा अज्ञानी है वो थोड़ा जा दुख का ज़्यादा अनुभव करता है, तो जिहड़ा ज्ञानी है उन्होंने दुख का अनुभव कोई बहुता नहीं हुंदा, अज्ञानी नूं ज़्यादा हुंदा है। सो इस प्रकार भाई दया सिंह जी कह रहे हैं, कहते संचित ज्ञान प्रभाव सो ज्ञानी करह विनाश। कहते प्रालब्ध तो नहीं नाश हुंदी, पर जिहड़े संचित कर्म है उन्होंने ज्ञानी पुरुष नाश कर लेंदे आ। वो किवें नाश करते हैं? कहते ज्ञान के प्रभाव करके। जदों गुरु परमेश्वर की उन्हां ते किरपा हो जाती है, अपने आत्मे का निज स्वरूप का ज्ञान हो जाता है कि मैं परमात्मा की ही अंश हाँ, परमात्मा तो वखरा नहीं हाँ। कहो कबीरे हो राम की अंश, जस कागद पर मिटै न मंस। तो उस वेले कहते ज्ञान के प्रभाव के नाल ज्ञानवान पुरुष संचित कर्मां नूं विनाश कर दिंदा, खत्म कर लैंदा है। फिर उदाहरण दिंदे है, कहते जिमें किसी किसान का कोठा कमरा अनाज का भरिया होवे, दाणियां का भरिया होवे, तो कहते वो अनाज दे नक्को नक भरे हुए कमरे दे विच थोड़ी जी चंगियाड़ी ला दी जाए, चुआती ला दी जाए, अग ला दी जाए, तो कहते वो अनाज भी उहदे अंदरला सड़ जाता है तो कमरा भी सड़ जाता है। जिम अनाज मंदिर सहित दाह अगन प्रकाश, अगन का प्रकाश कर दईए, अग लगा दईए, तो कहते अनाज के समेत ही वो कमरा वो मंदिर घर सड़ जाता है। फिर कहते जिहड़ा वो मंदिर घर कमरा है समेत अनाज दे जदों सड़ के जल के ते छार हो जाता है, सुआह हो जाता है। कहते फिर जिहड़ा वो अन्न है ना, उहदे विचला अनाज है वो अंकुर को ना समर्थ पुन। कहते फिर वो अंकुर नहीं मारदा, उन्होंने जे बीज दईए ना उहदे विचों अंकुर नहीं फुटदा, उहदे विचों बूटा पैदा नहीं हुंदा, ये उस वास्ते समर्थ नहीं रहिंदा, शक्तिवान नहीं रहिंदा। इसे प्रकार जान लवो। इसे प्रकार कहते संचित कर्म है, इन्हों इउं जान लो भी वो कोठे विच कमरे विच पिया होया अनाज है, तो जिहड़ा अंतःकरण है साडा अंदरला मन बुद्ध चित्त हंकार दा समुदाय, तो कहते अंतःकरण नूं वो कमरा मंदिर जान लवो। जदों कहते ज्ञान की अग्नि दा थोड़ी जी नूं चुआती ला दी जाती है। सो ज्ञान की अग्न ऐसी है जिहड़ी कर्मां नूं नाश कर दिंदी है।
ਗਿਆਨ ਦੀ ਗਿਆਨ ਅਗਨ ਤੇ ਹੱਥ ਪਾਸੇ ਕਰਿਓ ਜੀ। ਗਿਆਨ ਅਗਨ ਤੇ ਕਰੈ ਪ੍ਰਹਾਰਣ। ਗਿਆਨ ਦੀ ਅਗਨੀ ਹੈ ਜਿਹੜੀ, ਉਹਦੇ ਨਾਲ ਗਿਆਨਵਾਨ ਮਨੁੱਖ ਜਿਹੜਾ ਹੈ ਉਹ ਕਰਮਾਂ ਨੂੰ ਪ੍ਰਹਰਣ ਕਰ ਲੈਂਦਾ ਹੈ, ਸਾੜ ਲੈਂਦਾ, ਨਾਸ਼ ਕਰ ਦਿੰਦਾ ਹੈ। ਫਿਰ ਜਿਹੜੇ ਇਹ ਕਰਮ ਹੈ ਬਹੁਰ ਜਨਮਦਾਇਕ ਨਹਿ ਸੋਏ। ਇਹ ਦੁਬਾਰਾ ਅੰਤਸ਼ਕਰਨ ਹੈ ਜਿਹੜਾ ਕਰਮਾਂ ਨੂੰ ਜਨਮ ਦੇਣ ਦੇ ਸਮਰੱਥ ਨਹੀਂ ਹੁੰਦਾ। ਜਿਵੇਂ ਜਲਿਆ ਹੋਇਆ ਅਨਾਜ ਹੈ, ਉਹਦੇ ਵਿੱਚ ਬੂਟਾ ਨਹੀਂ ਪੈਦਾ ਹੁੰਦਾ, ਨਾ ਅੰਕੁਰ ਨਹੀਂ ਪੈਦਾ ਹੁੰਦਾ। ਇਸੇ ਤਰ੍ਹਾਂ ਗਿਆਨ ਦੇ ਨਾਲ ਜਿਹੜੇ ਕਰਮ ਸੜ ਗਏ, ਸੰਚਿਤ ਕਰਮ ਨਾਸ਼ ਹੋ ਗਏ, ਉਹ ਫਲ ਨਹੀਂ ਦੇ ਸਕਦੇ ਮੁੜ ਕੇ ਮਨੁੱਖ ਨੂੰ। ਉਹਦੇ ਨਾਲ ਜਨਮ ਮਰਨ ਦੇ ਵਿੱਚ ਨਹੀਂ ਪੈਂਦਾ, ਕੋਈ ਫਲ ਨਹੀਂ ਦੇ ਸਕਦੇ, ਕਿਉਂਕਿ ਜਿਹੜੀ ਗਿਆਨ ਦੀ ਅਗਨ ਹੈ, ਸੋ ਗਿਆਨਾਣੀ ਅਗਨਾਣੀ ਕਰਮਾਣੀ ਦਗਧਾਣੀ। ਗਿਆਨ ਦੀ ਜਿਹੜੀ ਅਗਨ ਹੈ ਉਹ ਕਰਮਾਂ ਨੂੰ ਦਗਧ ਕਰ ਦਿੰਦੀ ਹੈ, ਨਾਸ਼ ਕਰ ਦਿੰਦੀ ਹੈ। ਸੋ ਇਹ ਕਰਮ ਫਿਲਾਸਫੀ ਨੂੰ, ਕਰਮਾਂ ਦੀ ਸਾਇੰਸ ਨੂੰ, ਕਰਮ ਵਿਗਿਆਨ ਨੂੰ ਭਾਈ ਦਇਆ ਸਿੰਘ ਜੀ ਬੜੇ ਗੂੜ੍ਹ ਤਰੀਕੇ ਦੇ ਨਾਲ, ਬਹੁਤ ਡੂੰਘੇ ਤਰੀਕੇ ਦੇ ਨਾਲ, ਗਹਿਰਾਈ ਵਿੱਚ ਜਾ ਕੇ ਸਾਨੂੰ ਇਹ ਚੀਜ਼ਾਂ ਸਮਝਾ ਰਹੇ ਹੈ। ਕਰਮਾਂ ਦੀ ਬਾਬਤ ਬਹੁਤ ਸਾਰੇ ਧਰਮ ਗ੍ਰੰਥਾਂ ਦੇ ਵਿੱਚ ਵੀ ਲਿਖਿਆ ਹੋਇਆ ਹੈ। ਗੁਰਬਾਣੀ ਵਿੱਚ ਵੀ ਜਗ੍ਹਾ ਜਗ੍ਹਾ ਦੇ ਉੱਤੇ ਕਰਮਾਂ ਦੀ ਗੱਲ ਆਉਂਦੀ ਹੈ। ਹੋਰ ਧਰਮ ਵੇਦਾਂ ਸ਼ਾਸਤਰਾਂ ਦੇ ਵਿੱਚ ਕਰਮਾਂ ਦੀ ਗੱਲ ਆਉਂਦੀ ਹੈ। ਇਸੇ ਤਰ੍ਹਾਂ ਕਰਮਾਂ ਦੀ ਬਾਬਤ ਜੇ ਹੋਰ ਬਹੁਤ ਵਿਸਥਾਰ ਸਹਿਤ ਪੜ੍ਹਨਾ ਹੋਵੇ ਤਾਂ ਇੱਕ ਕਰਮ ਵਿਪਾਕ ਨਾਂ ਦੀ ਪੁਸਤਕ ਹੈ, ਗ੍ਰੰਥ ਹੈ, ਉਹਨੂੰ ਪੜ੍ਹਿਆ ਜਾ ਸਕਦਾ ਹੈ। ਕਰਮ ਵਿਪਾਕ, ਵਿਪਾਕ ਕਹੀਏ ਫਲ, ਕਰਮਾਂ ਦਾ ਫਲ ਕੀ ਹੁੰਦਾ ਹੈ, ਕਰਮ ਕਿਵੇਂ ਉਪਜਦੇ, ਬਹੁਤ ਵਿਸਥਾਰ ਵਿੱਚ ਉਹਦੇ ਵਿੱਚ ਦੱਸਿਆ ਗਿਆ। ਸੋ ਇੱਥੇ ਭਾਈ ਦਇਆ ਸਿੰਘ ਜੀ ਕਹਿ ਰਹੇ ਹੈ ਕਿ ਖਾਲਸਾ ਜੀ ਗਿਆਨਵਾਨ ਮਨੁੱਖ ਗਿਆਨ ਦੀ ਅਗਨੀ ਦੇ ਨਾਲ ਇਹਨਾਂ ਕਰਮਾਂ ਨੂੰ ਨਾਸ਼ ਕਰ ਲੈਂਦਾ ਹੈ ਅਤੇ ਇਹ ਕਰਮ ਮੁੜ ਕੇ ਫਲਦਾਇਕ ਨਹੀਂ ਰਹਿੰਦੇ। ਜਿਵੇਂ ਜਲਿਆ ਹੋਇਆ ਅਨਾਜ ਹੈ, ਸੜਿਆ ਹੋਇਆ ਅੰਨ ਹੈ, ਉਹ ਅੰਕੁਰ ਨਹੀਂ ਮਾਰਦਾ, ਉਹਦੇ ਵਿੱਚੋਂ ਫੁਟਾਰ ਨਹੀਂ ਪੈਦਾ ਹੁੰਦੀ। ਇਸ ਪ੍ਰਕਾਰ ਕਹਿੰਦੇ ਜਿਹੜਾ ਸਾਡਾ ਅੰਤਸ਼ਕਰਨ ਹੈ, ਸਾਡਾ ਮਨ ਹੈ, ਉਹਦਾ ਨਾਸ਼ ਹੋ ਜਾਂਦਾ ਹੈ। ਹਾਂ, ਜਦੋਂ ਕਹਿੰਦੇ ਚਿੱਤ ਸਤ ਹੋ ਗਿਆ, ਸਤ ਚਿੱਤ ਹੋ ਗਿਆ ਨਾ, ਉਸ ਵੇਲੇ ਕਹਿੰਦੇ ਸਭ ਕੁਝ ਸ਼ਾਂਤ ਹੋ ਜਾਂਦਾ ਹੈ। ਜਦੋਂ ਸਤ ਸਰੂਪ ਨੂੰ ਲਖ ਲਿਆ, ਸਤ ਸਰੂਪ ਨੂੰ ਚਿੱਤ ਨੇ ਜਾਣ ਲਿਆ ਕਿ ਆਤਮਾ ਸਤ ਹੈ, ਇਹ ਪਰਮਾਤਮਾ ਦੀ ਅੰਸ਼ ਹੈ, ਆਤਮਾ ਦਾ ਆਪੇ ਦਾ ਗਿਆਨ ਹੋ ਗਿਆ, ਉਸ ਵੇਲੇ ਕਹਿੰਦੇ ਸਭ ਕੁਝ ਹੀ ਸ਼ਾਂਤ ਹੋ ਜਾਂਦਾ ਹੈ। ਹੁਣ ਆਪਾਂ ਵੀ ਸੁਣਿਆ ਤੇ ਉਸ ਵੇਲੇ ਜਦੋਂ ਭਾਈ ਦਇਆ ਸਿੰਘ ਤੋਂ ਸੰਗਤ ਨੇ ਸੁਣਿਆ ਹੋਵੇਗਾ, ਉਹਨਾਂ ਦੇ ਮਨ ਵਿੱਚ ਇਹੀ ਸਵਾਲ ਆਇਆ ਹੋਣਾ ਵੀ ਇਹ ਚਿੱਤ ਸੱਤ ਜਾਂ ਸੱਤ ਚਿੱਤ ਹੈ ਕੀ। ਭਾਈ ਦਇਆ ਸਿੰਘ ਜੀ ਨੂੰ ਜਿਸ ਵੇਲੇ ਪੁੱਛਿਆ ਤੇ ਭਾਈ ਦਇਆ ਸਿੰਘ ਜੀ ਕਹਿੰਦੇ ਭਾਈ ਸੁਣੋ, ਇਹ ਜਿਹੜਾ ਸੱਤ ਚਿੱਤ ਹੈ ਇਹਦਾ ਅਰਥ ਕੀ ਹੈ, ਮੈਂ ਦੱਸਦਾ ਹਾਂ ਖੋਲ੍ਹ ਕੇ। ਕਹਿੰਦੇ ਜਿਹੜਾ ਅੰਤःਕਰਨ ਹੈ, ਸਾਡਾ ਮਨ ਹੈ, ਇਹਦਾ ਐਸਾ ਰੂਪ ਜਾਣੋ ਕਹਿੰਦੇ ਜਿਹਦੇ ਨਾਲ ਦਰਸ਼ਨ ਆ ਨਾ ਜਿਹੜਾ, ਉਹ ਅਸੰਮਕ ਪਿਖ ਹੈ। ਅਸੰਮਕ ਕਹਿੰਦੇ ਆ ਜਿਹੜਾ ਯਥਾਰਥ ਨਾ ਹੋਵੇ, ਸੱਚਾ ਨਾ ਹੋਵੇ। ਕਹਿੰਦੇ ਆਤਮਾ ਦਾ ਜਿਹੜਾ ਦਰਸ਼ਨ ਹੈ, ਆਤਮ ਸਰੂਪ ਦੇ ਜਿਹੜੇ ਦਰਸ਼ਨ ਹੋਣੇ ਹੈ, ਕਹਿੰਦੇ ਜਿਹੜਾ ਸਾਡਾ ਮਨ ਆ ਨਾ, ਮਨ ਦੇ ਪ੍ਰਭਾਵ ਕਰਕੇ ਸਾਨੂੰ ਆਤਮਾ ਸੱਚ ਪ੍ਰਤੀਤ ਨਹੀਂ ਹੁੰਦਾ, ਯਥਾਰਥ ਪ੍ਰਤੀਤ ਨਹੀਂ ਹੁੰਦਾ, ਅਸੰਮਕ ਲੱਗਦਾ, ਅਯਥਾਰਥ ਲੱਗਦਾ, ਝੂਠਾ ਲੱਗਦਾ ਹੈ। ਸੋ ਜਿਹੜਾ ਆਤਮ ਹੈ, ਆਤਮ ਬੁੱਧ ਅਨਾਤਮ ਵਿਖੇ। ਮਨ ਦਾ ਸੁਭਾਅ ਕੀ ਹੈ ਕਿ ਜਿਹੜਾ ਆਤਮਾ ਹੈ, ਸੱਚਾ ਆਤਮਾ ਹੈ, ਇਹ ਕਹਿੰਦੇ ਰਹਿੰਦਾ ਹੈ ਅਨਾਤਮ। ਅਨਾਤਮ ਕਹਿੰਦੇ ਹੈ ਜਿਹੜਾ ਸੱਚ ਨਾ ਹੋਵੇ, ਸਰੀਰ ਹੈ ਜਿਹੜਾ। ਕਹਿੰਦੇ ਸਾਡੇ ਝੂਠੇ ਸਰੀਰ ਦੇ ਵਿੱਚ ਇਹ ਸੱਚੀ ਆਤਮਾ ਦਾ ਨਿਵਾਸ ਹੈ, ਪਰ ਸਾਡਾ ਮਨ ਇਹਨੂੰ ਯਥਾਰਥ ਕਰਕੇ ਨਹੀਂ ਜਾਣਦਾ। ਉਹ ਸਰੀਰ ਨੂੰ ਸੱਚਾ ਜਾਣਦਾ, ਆਤਮਾ ਨੂੰ ਝੂਠਾ ਜਾਣਦਾ ਹੈ। ਤੇ ਕਹਿੰਦੇ ਜਿਹੜਾ ਇਹ ਜਗਤ ਹੈ ਤਾਂ ਅਸਤ ਹੈ, ਤਾਂ ਕੂੜਾ ਝੂਠਾ ਨਾਸ਼ਵਾਨ ਹੈ, ਪਰ ਇਹਦੇ ਵਿੱਚ ਕਹਿੰਦੇ ਜਿਹੜੀ ਬੁੱਧੀ ਹੈ, ਸਤ ਬੁੱਧ ਹੈ, ਜਿਹੜਾ ਸਤ ਸਰੂਪ ਹੈ,
ਸੋ ਉਹ ਸੱਚਾ ਹੈ। ਆਤਮ ਸਤ ਅਸਤ ਕੀ ਸੁਧ। ਸਾਡਾ ਮਨ, ਸਾਡਾ ਅੰਤਸ਼ਕਰਨ ਕੀ ਕਰਦਾ ਹੈ ਕਿ ਜਿਹੜਾ ਆਤਮਾ ਸਤ ਹੈ ਉਹਨੂੰ ਕਹਿੰਦੇ ਅਸਤ ਕੀ ਸੁਧ, ਉਹਨੂੰ ਅਸਤ ਕਰਕੇ ਜਾਣਦਾ ਹੈ, ਉਹਨੂੰ ਝੂਠ ਕਰਕੇ ਹੀ ਜਾਣਦਾ ਹੈ। ਨਾਮ ਇਸੀ ਕੋ ਮਨ ਪਹਿਚਾਨ। ਕਹਿੰਦੇ ਇਹ ਮਨ ਦੀ ਪਰਿਭਾਸ਼ਾ, ਇਹਦਾ ਨਾਮ ਹੀ ਕਹਿੰਦੇ ਮਨ ਹੈ। ਮਨ ਕਿਹਨੂੰ ਕਹਿੰਦੇ ਆ? ਕਹਿੰਦੇ ਜਿਹੜਾ ਯਥਾਰਥ ਨੂੰ ਨਾ ਜਾਣੇ ਤੇ ਜਿਹੜਾ ਆਯਥਾਰਥ ਹੈ, ਝੂਠ ਹੈ, ਉਹਨੂੰ ਸੱਚ ਮੰਨੇ, ਉਹਨੂੰ ਮਨ ਕਿਹਾ ਜਾਂਦਾ ਹੈ। ਇਹ ਕਹਿੰਦੇ ਮਨ ਦੀ ਪਰਿਭਾਸ਼ਾ ਹੈ। ਜਦੋਂ ਕਹਿੰਦੇ ਸੱਚੀ ਆਤਮਾ ਦਾ, ਸੱਚੇ ਆਤਮ ਸਰੂਪ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ, ਫਿਰ ਕਹਿੰਦੇ ਇਸ ਤਰੀਕੇ ਦੇ ਨਾਲ ਜਿਹੜਾ ਇਹ ਭਾਵ ਹੈ ਸੱਤ ਨੂੰ ਅਸੱਤ ਕਰਕੇ ਜਾਣਾ, ਅਸੱਤ ਨੂੰ ਸੱਤ ਕਰਕੇ ਜਾਣਨਾ, ਇਹਦਾ ਵਿਨਾਸ਼ ਹੋ ਜਾਂਦਾ ਹੈ। ਫਿਰ ਕਹਿੰਦੇ ਜਿਉਂ ਕਾ ਤਿਉਂ, ਜੇ ਜਾਂ ਪਦਾਰਥ ਹੁੰਦਾ ਉਸੇ ਤਰ੍ਹਾਂ ਦੇ, ਜੋ ਸੱਤ ਹੈ ਉਹ ਸੱਤ ਲੱਗਦਾ ਹੈ, ਜਿਹੜਾ ਅਸੱਤ ਹੈ ਉਹ ਸੱਤ ਲੱਗਦਾ ਹੈ। ਸਰੀਰ ਅਸੱਤ ਹੈ ਤਾਂ ਫਿਰ ਸਰੀਰ ਨੂੰ ਅਸੀਂ ਝੂਠਾ ਜਾਣਦੇ ਹਾਂ, ਜਗਤ ਅਸੱਤ ਹੈ ਇਹਨੂੰ ਝੂਠਾ ਜਾਣਦੇ ਹਾਂ, ਆਤਮਾ ਸੱਤ ਹੈ ਉਹਨੂੰ ਸੱਤ ਕਰਕੇ ਜਾਣਦੇ ਹਾਂ। ਫਿਰ ਸੱਚ ਸੱਚ ਲੱਗਦਾ, ਝੂਠ ਝੂਠ ਲੱਗਦਾ ਹੈ। ਹਾਂ, ਜਦੋਂ ਕਹਿੰਦੇ ਇਸ ਪ੍ਰਕਾਰ ਕਰਕੇ ਸਤ ਚਿੱਤ ਸਰੂਪ ਇਸ ਵਿਧੀ ਦੇ ਨਾਲ ਹੋ ਜਾਂਦਾ ਹੈ, ਉਸ ਵੇਲੇ ਕਹਿੰਦੇ ਸੰਚਿਤ ਕਰਮਾਂ ਦੇ ਸਮੇਤ ਜਿਹੜਾ ਮਨ ਹੈ ਉਹ ਜਲ ਕੇ ਨਾਸ਼ ਹੋ ਜਾਂਦਾ ਹੈ। ਜਿਵੇਂ ਕਹਿੰਦੇ ਪਹਿਲਾਂ ਉਦਾਹਰਨ ਦਿੱਤੀ ਹੈ ਵੀ ਮੰਦਰ ਦੇ ਸਮੇਤ, ਮਕਾਨ ਦੇ ਸਮੇਤ, ਕੋਠੇ ਦੇ ਸਮੇਤ ਸਾਰਾ ਅਨਾਜ ਸੜ ਜਾਂਦਾ ਹੈ। ਫਿਰ ਕਹਿੰਦੇ ਵਿੱਚੋਂ, ਉਹਦੇ ਵਿੱਚੋਂ ਕੋਈ ਅੰਕੂਰ ਨਹੀਂ ਉਪਜਦਾ, ਉਹਦੇ ਵਿੱਚੋਂ ਕੋਈ ਬੂਟੇ ਪੈਦਾ ਨਹੀਂ ਹੁੰਦੇ। ਫਿਰ ਕਹਿੰਦੇ ਇਹ ਤਾਂ ਹੋ ਗਿਆ ਸੰਚਿਤ ਕਰਮ। ਕਿਰੇਮਾਨ ਕਰਮ ਕੀ ਹੈ? ਕਹਿੰਦੇ ਕਿਰੇਮਾਨ ਜੋ ਕਰਮ ਕਰਾਹੀ, ਜਿਹੜੇ ਕਰਮ ਆਪਾਂ ਨਿੱਤਾ ਪ੍ਰਤੀ ਕਰ ਰਹੇ ਹਾਂ ਇਹਨਾਂ ਨੂੰ ਕਿਰੇਮਾਨ ਕਿਹਾ ਜਾਂਦਾ ਹੈ। ਜਿਹੜਾ ਗਿਆਨਵਾਨ ਪੁਰਸ਼ ਹੈ ਕਹਿੰਦੇ ਉਹਦੇ ਤਾਂ ਇਹ ਉਪਜਦੇ ਹੀ ਨਹੀਂ, ਉਹ ਕਿਰਿਆ ਕਰਮ ਤਾਂ ਕਰਦਾ ਹੈ, ਕਿਰਿਆ ਤਾਂ ਕਰਦਾ ਰਹਿੰਦਾ ਹੈ, ਪਰ ਉਹਦੀ ਜਿਹੜੀ ਉਹ ਕਿਰਿਆ ਹੈ ਉਹ ਕਿਰੇਮਾਨ ਕਰਮਾਂ ਵਿੱਚ ਤਬਦੀਲ ਨਹੀਂ ਹੁੰਦੀ। ਇਸ ਤਰ੍ਹਾਂ ਕਹਿੰਦੇ ਪ੍ਰਾਰਬਧ ਹੈ ਜਿਹੜੀ ਉਹ ਕਿਰੇਮਾਨ ਕਰਮਾਂ ਕਰਕੇ ਜੋ ਬਣਦੀ ਹੈ, ਕਹਿੰਦੇ ਇਹ ਉਦੋਂ ਕਿਰੇਮਾਨ ਤੋਂ ਪ੍ਰਾਰਬਧ ਜਾਂ ਸੰਚਿਤ ਅੱਗੇ ਇਹ ਕਹਿੰਦੇ ਤਾਂ ਬਣਦੇ ਹੈ ਜਦੋਂ ਕਹਿੰਦੇ ਅਨਾਤਮ ਹੋਤ ਅਨਾਤਮ ਜੁਤ ਅਭਿਮਾਨ, ਜਿਹੜਾ ਅਨਾਤਮ ਹੈ, ਆਤਮਾ ਨਹੀਂ ਹੈ, ਜੋ ਝੂਠ ਹੈ, ਉਹ ਕਹਿੰਦੇ ਅਭਿਮਾਨ ਦੇ ਸਹਿਤ ਜਦੋਂ ਇਹਨਾਂ ਕਿਰੇਮਾਨ ਕਰਮਾਂ ਨੂੰ ਕੀਤਾ ਜਾਂਦਾ ਨਾ ਤਾਂ ਫਿਰ ਕਹਿੰਦੇ ਇਹ ਤਬਦੀਲ ਹੋ ਕੇ ਪ੍ਰਾਰਬਧ ਦੇ ਵਿੱਚ ਬਦਲ ਜਾਂਦੀ ਹੈ। ਕਹਿੰਦੇ ਉਹੀ ਕਿਰਿਆ ਜਿਹੜੀ ਉਹ ਕਿਰੇਮਾਨ ਕਰਮ ਬਣਦੀ ਹੈ। ਹਾਂ, ਕਹਿੰਦੇ ਇਹ ਜਿਹੜੀ ਕਿਰਿਆ ਇਹ ਕਹਿੰਦੇ ਪ੍ਰਣਮਤ ਕਹਿੰਦੇ ਬਦਲ ਜਾਂਦੀ ਹੈ ਅਪਰ ਵਿਧਾਨ ਹੋਰ ਵਿਧੀਆਂ ਦੇ ਵਿੱਚ, ਭਾਵ ਕਿਰੇਮਾਨ ਸੰਚਿਤ ਕਰਮ ਜਾਂ ਪ੍ਰਾਰਬਧ ਕਰਮਾਂ ਵਿੱਚ ਬਦਲ ਜਾਂਦੇ ਹਨ। ਹਾਂ, ਕਹਿੰਦੇ ਜਦੋਂ ਇਹੀ ਕਿਰਿਆ ਜਦੋਂ ਤੱਕ ਕੀਤੀ ਜਾਂਦੀ ਹੈ ਹੰਗਤਾ ਮਮਤਾ ਦੇ ਸਹਿਤ ਮੈਂ ਕਰ ਰਿਹਾ, ਇਹ ਮੇਰਾ ਹੈ, ਅਹੰ ਭਾਵ ਦੇ ਵਿੱਚ ਕੀਤੀ ਜਾਂਦੀ ਹੈ, ਉਦੋਂ ਤਾਂ ਜਿਹੜੀ ਕਿਰਿਆ ਉਹ ਕਿਰੇਮਾਨ ਕਰਮ ਬਣਦੇ ਆ, ਕਿਰੇਮਾਨ ਤੋਂ ਸੰਚਿਤ ਬਣਦੇ ਆ, ਸੰਚਿਤ ਤੋਂ ਪ੍ਰਾਰਬਧ ਬਣਦੀ ਹੈ, ਪ੍ਰਾਰਬਧ ਕਰਮ ਬਣਦੇ ਆ। ਜਦੋਂ ਅਭਿਮਾਨ ਦੇ ਸਹਿਤ ਕੀਤੇ ਜਾਂਦੇ ਆ, ਸਕਾਮ ਕੀਤੇ ਜਾਂਦੇ ਆ, ਕੋਈ ਕਾਮਨਾ ਰੱਖ ਕੇ ਕੀਤੇ ਜਾਂਦੇ ਆ, ਤੇ ਕਹਿੰਦੇ ਜਦੋਂ ਉਹੀ ਕਿਰਿਆ ਸੋਈ ਕਿਰਿਆਹੀਨ ਅਭਿਮਾਨ, ਉਹ ਕਿਰਿਆ ਜਦੋਂ ਅਭਿਮਾਨਹੀਨ ਹੋ ਕੇ ਗਿਆਨੀ ਪੁਰਖ ਕਰਦੇ ਆ, ਅਭਿਮਾਨ ਤੋਂ ਰਹਿਤ ਹੋ ਕੇ ਕਰਦੇ ਹਨ। ਫਿਰ ਕਹਿੰਦੇ ਕਦਾਚਿਤ ਵੀ, ਕਦੇ ਵੀ
ਉਹ ਜਿਹੜੀ ਹੈ ਕਿਰਿਆ, ਉਹ ਕਿਰੇਮਾਨ ਕਰਮ ਨਹੀਂ ਉਹਦੇ ਵਿੱਚ ਉਪਜਦੇ। ਨਾ ਕਿਰੇਮਾਨ ਤੋਂ ਅੱਗੇ ਸੰਚਿਤ ਬਣਦੀ ਆ, ਨਾ ਪ੍ਰਾਰਬਧ ਬਣਦੀ ਹੈ। ਕਿਉਂਕਿ ਜਿਹੜੇ ਸਕਾਮ ਜਾਂ ਹੰਗਤਾ ਦੇ ਸਹਿਤ ਜਦੋਂ ਕਰਮ ਕੀਤੇ ਜਾਂਦੇ ਆ, ਜਿਵੇਂ ਆਪਾਂ ਕਹਿੰਦੇ ਆ ਵੀ ਮੈਂ ਪਾਠ ਕਰਦਾ, ਮੈਂ ਅਖੰਡ ਪਾਠ ਕਰਾਉਣਾ, ਜਾਂ ਮੈਂ ਅਖੰਡ ਪਾਠ ਨਹੀਂ ਕਰਾਇਆ, ਅਸੀਂ ਨਹੀਂ ਕਰਾਇਆ, ਮੈਂ ਲੰਗਰ ਲਾਉਣਾ, ਮੈਂ ਲੰਗਰ ਨਹੀਂ ਲਾਇਆ, ਜਿਹੜੇ ਮੈਂ ਦੇ ਸਹਿਤ ਹੈ, ਹੰਗਤਾ ਦੇ ਸਹਿਤ ਹੈ, ਜਦੋਂ ਅਸੀਂ ਉਹ ਕਰਮ ਕਰਦੇ ਹਾਂ ਤਾਂ ਉਦੋਂ ਉਹ ਕਿਰਿਆ ਜਿਹੜੀ ਹੈ, ਕਿਰਿਆ ਐਕਸ਼ਨ ਜਿਹੜਾ ਆਪਾਂ ਕਰਦੇ ਹਾਂ ਆਪਣੀ ਬਾਡੀ ਦੇ ਨਾਲ, ਆਪਣੇ ਸਰੀਰ ਦੇ ਨਾਲ, ਜਿਹਦਾ ਪ੍ਰੇਰਕ ਸਾਡਾ ਮਨ ਹੈ ਵੀ ਇਸ ਤਰ੍ਹਾਂ ਕਰ ਲੈ, ਅਤੇ ਉਸ ਵੇਲੇ ਅਭਿਮਾਨ ਦੇ ਸਹਿਤ ਕੀਤੇ ਜਾਣ ਤੇ ਉਹ ਕਰਮ ਬਣਦੇ ਹੈ। ਅਤੇ ਨਹੀਂ ਤਾਂ ਜਿਹੜੀ ਉਹ ਕਿਰਿਆ ਜਿਹੜੀ ਅਭਿਮਾਨਹੀਨ ਹੋ ਕੇ ਕੀਤੀ ਜਾਂਦੀ ਹੈ, ਉਹਦੇ ਵਿੱਚੋਂ ਕਿਸੇ ਪ੍ਰਕਾਰ ਦਾ ਕਰਮ ਉਪਜਦਾ ਨਹੀਂ ਹੈ। ਹਾਂ, ਜਿਹੜੀ ਪ੍ਰਾਰਬਧ ਤੋਂ ਜਿਹੜੇ ਕਿਰੇਮਾਨ ਕਰਮ ਹੋਣੇ ਹਨ, ਕਹਿੰਦੇ ਇਹਨੂੰ ਇਉਂ ਸਮਝ ਲਓ ਜਿਵੇਂ ਭੋਜਨ ਰੂਪੀ ਕਿਰਿਆ ਹੈ। ਜਿਵੇਂ ਆਪਾਂ ਭੋਜਨ ਕਰਨ ਦੀ ਕਿਰਿਆ ਕਰਦੇ ਹਾਂ ਨਾ, ਪ੍ਰਸ਼ਾਦਾ ਭੋਜਨ ਛਕਦੇ ਹਾਂ, ਕਹਿੰਦੇ ਇਹ ਪ੍ਰਾਰਬਧ ਦਾ ਰੂਪ ਹੈ। ਇਹਨੂੰ ਪ੍ਰਾਰਬਧ ਕਰਮਾਂ ਦਾ ਰੂਪ ਜਾਣੋ। ਹਾਂ, ਕਹਿੰਦੇ ਜਿਹੜਾ ਅਸੀਂ ਭੋਜਨ ਕਰਦੇ ਹਾਂ, ਭੋਜਨ ਪ੍ਰਸ਼ਾਦਾ ਅੰਨ ਪਾਣੀ ਛਕ ਲਿਆ, ਅਤੇ ਉਹ ਅੰਨ ਦੇ ਨਾਲ ਜਿਹੜੀ ਸਾਡੇ ਸਰੀਰ ਨੂੰ ਪੁਸ਼ਟਤਾ ਮਿਲਦੀ ਹੈ, ਤਾਕਤ ਮਿਲਦੀ ਹੈ, ਸਾਡਾ ਸਰੀਰ ਜਿਹੜਾ ਤਾਕਤਵਰ ਬਣਦਾ, ਤਕੜਾ ਹੁੰਦਾ ਹੈ, ਇਹਨੂੰ ਕਹਿੰਦੇ ਪ੍ਰਾਰਬਧ ਦਾ ਰੂਪ ਜਾਣ ਲਵੋ। ਅਤੇ ਕਹਿੰਦੇ ਕਿਰੇਮਾਨ ਰੂਪ ਕੀ ਹੈ? ਕਹਿੰਦੇ ਉਹਨੂੰ ਇਸ ਤਰ੍ਹਾਂ ਪਛਾਣੋ। ਕਹਿੰਦੇ ਦੇਹੀ ਜਿਹੜੀ ਸੁਰਜ ਹੈ, ਰੋਗ ਦੇ ਸਹਿਤ ਹੈ, ਬਿਮਾਰੀ ਦੇ ਸਹਿਤ ਹੈ ਸਰੀਰ ਕਿਸੇ ਦਾ, ਕਹਿੰਦੇ ਸੋ ਪੁਸ਼ਟ ਨਾ ਜਾਣ। ਉਹ ਭਾਵੇਂ ਜਿੰਨਾ ਮਰਜ਼ੀ ਜੂਸ ਪੀ ਜਾਵੇ, ਜਿੰਨਾ ਮਰਜ਼ੀ ਘਿਓ ਖਾਈ ਜਾਵੇ, ਜਿੰਨੇ ਮਰਜ਼ੀ ਬਦਾਮ ਛਕੀ ਜਾਵੇ, ਉਹਦੇ ਸਰੀਰ ਨੂੰ ਲੱਗਦਾ ਤਾਂ ਨਹੀਂ ਨਾ ਜਿਹੜਾ ਬਿਮਾਰ ਬੰਦਾ ਹੈ। ਅਤੇ ਕਹਿੰਦੇ ਇਸੇ ਤਰ੍ਹਾਂ ਹੀ ਕਹਿੰਦੇ ਇਹਨਾਂ ਕਰਮਾਂ ਨੂੰ ਜਾਣੋ। ਜਿਹੜਾ ਕਹਿੰਦੇ ਰੋਗ ਤੋਂ ਰਹਿਤ ਹੈ, ਉਹ ਤਾਂ ਕਹਿੰਦੇ ਬਹੁਤ ਪੁਸ਼ਟ ਹੋ ਜਾਂਦਾ, ਬਹੁਤ ਤਾਕਤਵਰ ਹੋ ਜਾਂਦਾ। ਭੋਜਨ ਉਹਦੇ ਸਰੀਰ ਨੂੰ ਤਾਕਤ ਦਿੰਦਾ ਹੈ। ਕਹਿੰਦੇ ਇਸੇ ਪ੍ਰਕਾਰ ਕਹਿੰਦੇ ਇਹ ਕਰਮਾਂ ਦੀ ਜੁਗਤੀ ਜਾਣ ਲਓ। ਕਹਿੰਦੇ ਕਰਮ ਕਹਿੰਦੇ ਫਲ ਕਿਹਨੂੰ ਦਿੰਦੇ ਹੈ? ਜਿਹੜਾ ਤਾਂ ਕਹਿੰਦੇ ਹੈਗਾ ਗਿਆਨੀ ਪੁਰਸ਼, ਉਹ ਤਾਂ ਇਉਂ ਸਮਝ ਲਓ ਵੀ ਉਹ ਰੋਗੀ ਬੰਦਾ ਹੈ, ਉਹ ਭੋਜਨ ਛਕਦਾ ਹੈ ਪਰ ਉਹਦੇ ਸਰੀਰ ਨੂੰ ਲੱਗਦਾ ਨਹੀਂ, ਤਾਕਤ ਨਹੀਂ ਮਿਲਦੀ। ਇਸੇ ਤਰ੍ਹਾਂ ਉਹ ਕਰਮ ਕਰਦਾ ਹੈ, ਕਿਰਿਆ ਕਰਦਾ ਹੈ, ਪਰ ਉਹਦੀ ਕੀਤੀ ਹੋਈ ਕਿਰਿਆ ਜਿਹੜੀ, ਜਿਵੇਂ ਭੋਜਨ ਬਿਮਾਰ ਬੰਦੇ ਦੇ ਸਰੀਰ ਨੂੰ ਲੱਗਦਾ ਨਹੀਂ ਨਾ, ਉਸੇ ਤਰ੍ਹਾਂ ਉਹਦੇ ਕੀਤੇ ਹੋਈ ਕਿਰਿਆ ਦੇ ਵਿੱਚੋਂ ਕਰਮ ਨਹੀਂ ਉਪਜਦੇ। ਜਿਵੇਂ ਉਹਦੇ ਖਾਧੇ ਭੋਜਨ 'ਚੋਂ ਤਾਕਤ ਨਹੀਂ ਬਣਦੀ ਨਾ ਰੋਗੀ ਬੰਦੇ ਦੇ, ਇਸੇ ਤਰ੍ਹਾਂ ਗਿਆਨੀ ਗਿਆਨਵਾਨ ਪੁਰਸ਼ ਦੇ ਕੀਤੀ ਹੋਈ ਕਿਰਿਆ ਦੇ ਵਿੱਚੋਂ ਕਰਮ ਨਹੀਂ ਪੈਦਾ ਹੁੰਦੇ। ਅਤੇ ਜਿਹੜਾ ਠੀਕ ਹੈ, ਸਰੀਰ ਜਿਹਦਾ ਠੀਕ ਹੈ, ਉਹ ਜਦੋਂ ਭੋਜਨ ਛਕਦਾ ਹੈ ਅਤੇ ਉਹ ਭੋਜਨ ਸਰੀਰ ਨੂੰ ਤਾਕਤ ਦਿੰਦਾ ਹੈ। ਇਸੇ ਤਰ੍ਹਾਂ ਕਹਿੰਦੇ ਜਿਹੜਾ ਅਗਿਆਨ ਦੇ ਸਹਿਤ ਆ ਬੰਦਾ, ਹੰਗਤਾ ਦੇ ਸਹਿਤ ਕਰਮ ਕਰਨੇ ਆ ਜਿਹੜੇ, ਉਹ ਕਹਿੰਦੇ ਉਹਨਾਂ ਵਿੱਚੋਂ ਕਰਮ ਪੈਦਾ ਹੁੰਦੇ ਹੈ, ਜਿਵੇਂ ਖਾਧੇ ਹੋਏ ਭੋਜਨ ਦੇ ਵਿੱਚੋਂ ਸਰੀਰ ਨੂੰ ਤਾਕਤ ਮਿਲਦੀ ਹੈ। ਇਸ ਪ੍ਰਕਾਰ ਕਰਕੇ ਕਹਿੰਦੇ ਇਸ ਨੂੰ ਕਹਿੰਦੇ ਜਾਣ ਲਵੋ। ਹਾਂ, ਕਹਿੰਦੇ ਜਿਹੜੀ ਕਿਰਿਆ ਸਰੀਰ ਦੇ ਨਾਲ ਕਹਿੰਦੇ ਅਭਿਮਾਨ ਦੇ ਸਹਿਤ ਕੀਤੀ ਜਾਵੇ, ਕਹਿੰਦੇ ਉਹ ਕਿਰਿਆ, ਉਹ ਕਾਰਜ ਕਰਮਾਂ ਨੂੰ ਉਪਜਾਉਣ ਵਾਲੀ ਹੈ, ਕਰਮਾਂ ਦਾ ਉਹਦੇ ਵਿੱਚੋਂ ਪੈਦਾਇਸ਼ ਹੁੰਦੀ ਹੈ। ਇਸ ਪ੍ਰਕਾਰ ਕਹਿੰਦੇ ਤਨ ਦਾ ਅਭਿਮਾਨ, ਸਰੀਰ ਦਾ ਜਿਹੜਾ ਅਭਿਮਾਨ ਹੈ, ਗਿਆਨੀ ਪੁਰਸ਼ ਨਹੀਂ ਧਾਰਦੇ। ਇਸ ਕਰਕੇ ਕਹਿੰਦੇ ਉਹ ਅਭਿਮਾਨ ਤੋਂ ਰਹਿਤ ਜਿਹੜੇ ਸਾਰੇ ਕਰਮ ਕਰਦੇ ਆ, ਚੰਗੇ ਕਰਦੇ ਆ ਚਾਹੇ ਮਾੜੇ ਕਰਦੇ ਆ, ਨਾ ਤਾਂ ਉਹਨਾਂ ਨੂੰ ਚੰਗਿਆਂ ਦਾ ਚੰਗਾ ਫਲ ਮਿਲਦਾ, ਨਾ ਮਾੜਿਆਂ ਦਾ ਮਾੜਾ ਮਿਲਦਾ। ਸੋ ਇਸ ਪ੍ਰਕਾਰ ਜਦੋਂ ਉਹਨਾਂ ਨੂੰ ਕੋਈ ਫਲ ਹੀ ਨਹੀਂ ਮਿਲਣਾ ਚੰਗਾ ਜਾਂ ਮਾੜਾ, ਅਤੇ ਉਹਨਾਂ ਨੂੰ ਫਿਰ ਬੰਧਨ ਕਾਹਦਾ ਪੈਣਾ? ਇਸ ਕਰਕੇ ਉਹ ਹਰ ਪ੍ਰਕਾਰ ਦੇ ਬੰਧਨਾਂ ਤੋਂ ਸੁਤੰਤਰ ਰਹਿੰਦੇ ਹਨ। ਇਹ ਜਿਹੜੀ ਕਰਮਾਂ ਦੀ ਮਾਲਾ ਇਹ ਸਾਰਿਆਂ ਦੇ ਗਲ ਵਿੱਚ ਪਈ ਹੋਈ ਹੈ।
ਹਾਂ ਜਿਹੜੇ ਤਨ ਹੰਤਾ ਤਿਆਗੇ ਤਿਨ ਹਰੀ, ਜਿਨ੍ਹਾਂ ਨੇ ਆਪਣੇ ਤਨ ਦੀ ਹੰਗਤਾ ਨੂੰ ਤਿਆਗ ਦਿੱਤਾ ਹੈ ਉਹਨਾਂ ਨੇ ਹੀ ਇਹ ਜਿਹੜੀ ਕਰਮਾਂ ਦੀ ਮਾਲਾ ਇਹ ਹਰੀ ਹੈ ਨਾਸ਼ ਕਰ ਦਿੱਤੀ ਹੈ। ਕਹਿੰਦੇ ਬਿਨਾਂ ਤਿਆਗ ਤੋਂ ਤਾਂ ਕਹਿੰਦੇ ਅਨੇਕਾਂ ਪ੍ਰਕਾਰ ਦੇ ਕਲੇਸ਼ ਉਪਦਰਵ ਹਨ ਤੇ ਜਨਮ ਮਰਨ ਦੇ ਜਿਹੜੇ ਕਸ਼ਟ ਹਨ ਸਾਰੇ ਹੀ। ਇਸ ਕਰਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਵਾਰੀ ਵਰਣਨ ਕੀਤਾ, ਵਿਸਥਾਰ ਦੇ ਸਹਿਤ ਇਹਦਾ ਜ਼ਿਕਰ ਕੀਤਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਕਿ ਜੀਵ ਦਾ ਜਿਹੜਾ ਸਥੂਲ ਸੂਖਸ਼ਮ ਸਰੀਰ ਹੈ ਉਹ ਹਉਮੈ ਦੇ ਵਿੱਚ ਹੀ ਆਉਂਦਾ ਹੈ ਤੇ ਹਉਮੈ ਦੇ ਵਿੱਚ ਹੀ ਚਲਿਆ ਜਾਂਦਾ ਹੈ। ਇਸੇ ਤਰ੍ਹਾਂ ਜਿਵੇਂ ਸੂਖਸ਼ਮ ਸਰੀਰ ਆਉਂਦਾ ਤੇ ਜਾਂਦਾ ਹੈ ਤੇ ਸਥੂਲ ਸਰੀਰ ਹੈ ਜਿਹੜੀ ਇਹ ਦੇਹ ਹੈ ਸਾਡੀ ਸੋਲਿਡ, ਕਹਿੰਦੇ ਇਹ ਵੀ ਇਸੇ ਤਰ੍ਹਾਂ ਹਉਮੈ ਦੇ ਵਿੱਚ ਹੀ ਮਨੁੱਖ ਜੰਮਦਾ ਹੈ, ਸਰੀਰ ਜੰਮਦਾ ਹੈ ਤੇ ਹਉਮੈ ਦੇ ਵਿੱਚ ਹੀ ਮਰ ਜਾਂਦਾ ਹੈ। ਇਸ ਪ੍ਰਕਾਰ ਕਹਿੰਦੇ ਬਹੁਤ ਕੁਝ ਹੁੰਦਾ, ਇਹਦੀ ਗਿਣਤੀ ਮਿਣਤੀ ਨਹੀਂ ਹੋ ਸਕਦੀ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਹੈ ਕਿ ਦੇਹੀ ਦੀ ਹੰਗਤਾ ਨਾ ਕਰ, ਦੇਹੀ ਦਾ ਮਾਣ ਅਭਿਮਾਨ ਨਾ ਕਰ, ਕਿਉਂਕਿ ਜਿਹੜੇ ਮਾਣ ਅਭਿਮਾਨ ਦੇ ਸਹਿਤ ਕਰਮ ਕਰਦੇ ਹੈ ਅਗਿਆਨੀ ਪੁਰਸ਼ ਹੈ ਸੋ ਉਹ ਤਾਂ ਇਹਨਾਂ ਚੀਜ਼ਾਂ ਨੂੰ ਮੰਨਦੇ ਨਹੀਂ। ਉਹ ਤਾਂ ਕਹਿੰਦੇ ਰੱਬ ਵੀ ਹੈ ਨਹੀਂ, ਨਾ ਕੋਈ ਧਰਮ ਰਾਜਾ, ਨਾ ਉਹਦੀ ਕਚਹਿਰੀ ਲੱਗਦੀ ਹੈ, ਨਾ ਕੋਈ ਲੇਖਾ ਹੁੰਦਾ ਹੈ। ਸੋ ਉਹ ਤਾਂ ਜਿਵੇਂ ਕਹਿੰਦੇ ਉਹ ਰੱਬ ਦੀ ਹੋਣ ਤੋਂ ਵੀ ਮੁਨਕਰ ਹੈ। ਅਗਿਆਨੀ ਪੁਰਸ਼ ਹੈ ਜਿਹੜੇ ਹੰਗਤਾ ਦੇ ਸਹਿਤ ਕਰਨ ਵਾਲੇ ਹੈ ਜਾਂ ਆਪਣੇ ਮਨ ਹੱਠ ਕਰਕੇ ਜਿਹੜੇ ਕਰਮ ਕਰਦੇ ਹੈ, ਜਿਵੇਂ ਜੈਨੀਆਂ ਸਰੇਵੜਿਆਂ ਦਾ ਉਹ ਫਿਰਕਾ ਹੁੰਦਾ ਜਿਹੜਾ ਉਹ ਨਹੀਂ ਮੰਨਦੇ ਕਿਸੇ ਵੀ ਚੀਜ਼ ਨੂੰ, ਐਸਾ ਵੀ ਇੱਕ ਧਰਮ ਹੈ। ਉਹਨਾਂ ਦਾ ਧਰਮ ਜਿਹੜਾ ਆਪਣੇ ਧਰਮ ਵਾਂਗੂ ਇਹ ਈਸ਼ਵਰਵਾਦੀ ਨਹੀਂ ਹੈ, ਉਹ ਬਸ ਅਹਿੰਸਾ ਹੀ ਪਰਮੋ ਧਰਮੰ। ਉਹ ਕਹਿੰਦੇ ਰਹਿੰਦੇ ਆ ਕਿ ਅਹਿੰਸਾ ਨਾ ਕਰੋ, ਜੀਵ ਨਾ ਮਾਰੋ, ਨਾ ਤਾਂ ਉਹ ਨਹਾਉਂਦੇ ਹੈ ਤੇ ਇਸੇ ਪ੍ਰਕਾਰ ਸ਼ੌਚ ਕਿਰਿਆ ਕਰਨ ਤੋਂ ਬਾਅਦ ਵੀ ਨਾ ਗੰਦਗੀ ਨੂੰ ਫੋਲ ਦਿੰਦੇ ਆ। ਸੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਮਾਝ ਕੀ ਵਾਰ ਦੇ ਵਿੱਚ ਵੀ ਉਹਨਾਂ ਦੀ ਬਾਬਤ ਇਹ ਐਸਾ ਜ਼ਿਕਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕੀਤਾ। ਸਿਰ ਖੁਹਾਏ ਪੀਐ ਮਲਵਾਣੀ, ਜੂਠਾ ਮੰਗ ਮੰਗ ਖਾਹੀ, ਫੋਲ ਫਦੀਹਤ ਮੋਹਿ ਲੈਣ ਪੜਾਸਾ ਪਾਣੀ, ਦੇਖ ਸਗਾਹੀ ਭੇਡਾ ਵਾਗੀ ਸਿਰ ਖੁਹਾਏ ਨ। ਸੋ ਉਹ ਜਿਹੜੇ ਹੈਗੇ ਆ ਨਾ ਉਹ ਭੇਡਾਂ ਦੇ ਵਾਂਗੂ, ਜਿਵੇਂ ਭੇਡਾਂ ਦੇ ਵਾਲ ਪੁੱਟੇ ਜਾਂਦੇ ਹੈ, ਸੋ ਉਹ ਕਹਿੰਦੇ ਸਵਾਹ ਲਾ ਲਾ ਕੇ ਨਾ ਉਹਨਾਂ ਦੇ ਵਾਲ ਖਿੱਚੇ ਜਾਂਦੇ ਹੈ। ਇੱਕ ਬੰਦਾ ਉਹਨਾਂ ਦਾ ਖਿੱਚਦਾ ਹੈ ਅਤੇ ਦੂਜਾ ਜਿਹੜਾ ਹੇਠਾਂ ਉਹ ਲਹੂ ਲੁਹਾਣ ਉਹਦਾ ਸਿਰ ਹੋਇਆ ਹੁੰਦਾ ਜੜ੍ਹ ਤੋਂ ਹੀ ਪੁੱਟ ਦਿੰਦੇ ਹੈ। ਜਿਵੇਂ ਕਈ ਤਾਂ ਉਸਤਰੇ ਦੇ ਨਾਲ ਅਤੇ ਕੈਂਚੀ ਦੇ ਨਾਲ ਵਾਲਾਂ ਨੂੰ ਕਟਾਉਂਦੇ ਆ ਸਿੱਧੇ ਜੇ ਕਰਕੇ, ਉਹ ਜੜ੍ਹ ਤੋਂ ਹੀ ਕੰਮ ਨਿਬੇੜ ਦਿੰਦੇ ਹੈ ਵੀ ਨਾ ਇਹ ਵਾਲ ਹੋਣ, ਨਾ ਇਹਨਾਂ ਦੇ ਵਿੱਚ ਜੀਵ ਜੂਆਂ ਪੈਦਾ ਹੋਣ, ਅਤੇ ਜੇ ਜੂਆਂ ਪੈਦਾ ਹੋਣਗੀਆਂ ਤਾਂ ਉਹਨਾਂ ਨੂੰ ਮਾਰਨਾ ਪਏਗਾ, ਅਸੀਂ ਖੁਰਕਾਂਗੇ, ਕੋਈ ਨਾ ਕੋਈ ਮਰ ਜਾਏਗੀ, ਅਹਿੰਸਾ ਹੋਏਗੀ। ਅਹਿੰਸਾ ਪਰਮੋ ਧਰਮ ਕਹਿੰਦੇ ਆ। ਅਤੇ ਖਿਆਲ ਕਰਿਓ ਗੁਰੂ ਪਿਆਰਿਓ, ਸਤਿਗੁਰੂ ਸਾਹਿਬ ਜੀ ਨੇ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਆਖਿਆ, ਧਰਮਾਂ ਦੇ ਵਿੱਚ ਪੈਦਾ ਹੋਈਆਂ ਕ੍ਰਿਤੀਆਂ ਨੂੰ ਜ਼ਰੂਰ ਮਾੜਾ ਆਖਿਆ। ਪਰ ਜੇ ਸਿੱਧੇ ਤੌਰ 'ਤੇ ਕਿਸੇ ਧਰਮ ਨੂੰ ਸਤਿਗੁਰੂ ਜੀ ਨੇ ਨਿੰਦਿਆ ਤਾਂ ਸਿਰਫ ਜੈਨੀਆਂ ਨੂੰ, ਸਰੇਵੜਿਆਂ ਨੂੰ ਨਿੰਦਿਆ। ਸ਼ਰਾਵਕ ਸੁੱਧ ਸਮੂਹ ਸਿਧਾਨਕੇ ਜਿਹੜੇ ਸ਼ਰਾਵਕ ਹੈ, ਸਰੇਵੜੇ ਹੈ ਜਿਹੜੇ, ਸੋ ਉਹਨਾਂ ਨੂੰ ਸਤਿਗੁਰੂ ਜੀ ਨੇ ਬਿਲਕੁਲ ਰੱਦ ਕੀਤਾ ਮੂਲੋਂ, ਕਹਿੰਦੇ ਅਸੀਂ ਨਹੀਂ ਮੰਨਦੇ। ਸਗੋਂ ਮਖੌਲ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਨੇ ਹਾਸ ਰਸ ਦੇ ਵਿੱਚ ਇਹ ਮਾਝ ਕੀ ਵਾਰ ਦੇ ਵਿੱਚ ਮੇਰੇ ਖਿਆਲ ਵਿੱਚ 26ਵੀਂ ਪੌੜੀ ਦੇ ਨਾਲ ਇਹ ਸਲੋਕ ਹੈ। ਵਿਸਥਾਰ ਸਹਿਤ ਪੜ੍ਹਨਾ ਹੋਇਆ ਅਤੇ ਆਪ ਜੀ ਉੱਥੋਂ ਪੜ੍ਹ ਸਕਦੇ ਹੋ, ਕਿਉਂਕਿ ਹੁਣ ਆਪਣੇ ਕੋਲ ਸਮਾਂ ਸੀਮਤ ਹੈ, ਵਿਸਥਾਰ ਨਹੀਂ ਕਰ ਸਕਦੇ ਪੂਰੇ ਸ਼ਬਦ ਦਾ, ਇਸੇ ਕਰਕੇ ਮੈਂ ਪੂਰਾ ਸ਼ਬਦ ਪੜ੍ਹਿਆ ਵੀ ਨਹੀਂ। ਅਤੇ ਉਹ ਇੱਕ ਬੰਦਾ ਹੇਠਾਂ ਬੈਠਾ ਹੁੰਦਾ, ਦੂਜਾ ਸਵਾਹ ਲਾ ਲਾ ਕੇ ਉਹਦੇ ਵਾਲ ਪੁੱਟਦਾ, ਲਹੂ ਲਹਾਣ ਹੁੰਦਾ, ਜਿੱਥੋਂ ਲਹੂ ਜਾਂ ਨਿਕਲਦਾ ਉੱਥੇ ਸਵਾਹ ਲਾ ਦਿੰਦਾ, ਹੱਥਾਂ ਨੂੰ ਲਾ ਕੇ ਸਵਾਹ ਨਾ ਅਤੇ ਉਹਦੇ ਵਾਲ ਖਿੱਚਦਾ। ਅਤੇ ਪੰਡਿਤ ਗੁਲਾਬ ਸਿੰਘ ਜੀ ਨੇ ਪ੍ਰਬੋਧ ਚੰਦਰ ਨਾਟਕ ਦੇ ਵਿੱਚ ਇਹ ਜ਼ਿਕਰ ਕੀਤਾ ਉਹਨਾਂ ਦੀ ਇਸ ਕਿਰਿਆ ਦਾ ਵੀ ਉਹ ਵਾਲ ਕਿਵੇਂ ਪੁੱਟਦੇ ਹੈ। ਕਹਿੰਦੇ ਜਿਹੜਾ ਵਾਲ ਪੁੱਟਣ ਵਾਲਾ ਨਾ ਉਹ ਵਾਲ ਪੁੱਟਦਾ, ਖਿੱਚਦਾ ਜ਼ੋਰ ਦੇ ਨਾਲ, ਅਤੇ ਉਹ ਕਹਿੰਦਾ ਪ੍ਰੇਮ ਚਟਾਕਾ। ਅਤੇ ਜਿਹੜਾ ਹੇਠਾਂ ਬੈਠਾ ਵਾਲ ਪਟਾ ਰਿਹਾ ਹੁੰਦਾ ਕਹਿੰਦਾ ਅਬ ਸੁੱਖ ਜਾਤਾ, ਉਹ ਕਹਿੰਦਾ ਪ੍ਰੇਮ ਚਟਾਕਾ
ਉਹ ਕਹਿੰਦਾ ਅਬ ਸੁਖ ਜਾਤਾ। ਉਹ ਕਹਿੰਦਾ ਹੁਣ ਮੈਨੂੰ ਸੁੱਖ ਦਾ ਅਨੁਭਵ ਹੋਇਆ ਪਿਆ ਹੁੰਦਾ ਉਹਦਾ ਬੁਰਾ ਹਾਲ, ਵਾਲ ਪਟਾ ਪਟਾ ਕੇ, ਕਹਿੰਦਾ ਅਬ ਸੁਖ ਜਾਤਾ। ਸੋ ਐਸੇ ਜਿਹੜੇ ਰੱਬ ਦੀ ਹੋਂਦ ਤੋਂ ਮੁਨਕਰ ਹੈ, ਅਗਿਆਨੀ ਲੋਕ ਹੈ, ਉਹਨਾਂ ਦੀ ਬਾਬਤ, ਕਿਉਂਕਿ ਉਹਨਾਂ ਦਾ ਧਰਮ ਹੋਰ ਤਰ੍ਹਾਂ ਦਾ, ਸ਼ਰਾਬ ਪੀਣਿਆਂ ਦਾ ਧਰਮ ਹੁੰਦਾ ਉਹ ਸਾਰਾ, ਉਹਨਾਂ ਦੇ ਧਰਮ ਦਾ ਹੀ ਇੱਕ ਜਿਹੜਾ ਤੰਤਰ ਦਾ ਜ਼ਿਕਰ ਪੰਡਿਤ ਗੁਲਾਬ ਸਿੰਘ ਜੀ ਨੇ ਇਸੇ ਪ੍ਰਬੋਧ ਚੰਦਰ ਨਾਟਕ ਨਾਮੇ ਜਿਹੜਾ ਮਹਾਨ ਗਿਆਨ ਦਾ ਗ੍ਰੰਥ ਹੈ, ਜਿਹਦੇ ਵਿੱਚ ਮੋਹ ਅਤੇ ਵਿਵੇਕ ਦਾ ਨਾਟਕ ਕਰਕੇ ਜਾਂ ਆਪਸ ਵਿੱਚ ਸੰਵਾਦ ਕਰਕੇ ਜੰਗ ਦਿਖਾਇਆ ਗਿਆ, ਸ਼ੁਭ ਗੁਣਾਂ ਅਤੇ ਅਸ਼ੁਭ ਗੁਣਾਂ ਦਾ ਆਪਸ ਦੇ ਵਿੱਚ ਵਾਰਤਾਲਾਪ ਕਰਵਾਇਆ ਅਤੇ ਸ਼ੁਭ ਗੁਣ ਜਿੱਤ ਜਾਂਦੇ ਹੈ। ਸੋ ਉਹਦੇ ਵਿੱਚ ਇਹਨਾਂ ਸਰੇਵੜਿਆਂ ਦਾ, ਇਹਨਾਂ ਜੈਨੀਆਂ ਦਾ ਉਹਦੇ ਵਿੱਚ ਦੱਸਿਆ ਹੋਇਆ ਵੀ ਇਹਨਾਂ ਦਾ ਸਿਸਟਮ ਕੀ ਹੈ, ਇਹ ਕਰਦੇ ਕੀ ਹੈ। ਇਹ ਕਹਿੰਦੇ ਪੀਤਵਾ ਪੀਤਵਾ ਪੁਨਹ ਪੀਤਵਾ ਯਾਵਤ ਪਤਿਤ ਨ ਭੂਤਲੇ। ਕਹਿੰਦੇ ਪੀਂਦੇ ਰਹੋ, ਸ਼ਰਾਬ ਪੀਂਦੇ ਰਹੋ ਜਦੋਂ ਤੱਕ ਬੇਹੋਸ਼ ਹੋ ਕੇ ਧਰਤੀ 'ਤੇ ਨਹੀਂ ਡਿੱਗ ਪੈਂਦੇ। ਇਸੇ ਤਰ੍ਹਾਂ ਕਹਿੰਦਾ ਉਥਾਏ 'ਚ ਪੁਨਹ ਪੀਤਵਾ ਪੁਨਰਪ ਜਨਮ ਨਾ ਵਿਦਿਆ 'ਤੇ। ਕਹਿੰਦੇ ਜਦੋਂ ਹੋਸ਼ ਆਵੇ ਕਹਿੰਦੇ ਉੱਠ ਕੇ ਫੇਰ ਪੀ ਲਓ, ਕਹਿੰਦੇ ਫਿਰ ਪੀਂਦੇ ਰਹੋ। ਇਸ ਤਰ੍ਹਾਂ ਕਹਿੰਦੇ ਜਿਹੜਾ ਪੀਂਦਾ ਕਹਿੰਦੇ ਮਰ ਜਾਂਦਾ ਨਾ, ਮੁੜ ਕੇ ਉਹ ਜਨਮ ਮਰਨ ਵਿੱਚ ਨਹੀਂ ਆਉਂਦਾ। ਇਹ ਉਹਨਾਂ ਸਰੇਵੜਿਆਂ ਦਾ, ਜੈਨੀਆਂ ਦਾ ਇਹ ਸਿਧਾਂਤ ਹੈ। ਕਹਿੰਦੇ ਵਾਰ-ਵਾਰ ਪੀਂਦੇ ਰਹੋ, ਬਸ ਸ਼ਰਾਬ ਪੀ ਕੇ ਮਰ ਜਾਓ। ਅਤੇ ਜਿਹੜਾ ਬੰਦਾ ਸ਼ਰਾਬ ਪੀ ਕੇ ਮਰ ਗਿਆ ਅਤੇ ਕਹਿੰਦੇ ਮੁੜ ਕੇ ਉਹ ਫਿਰ ਜਨਮ ਮਰਨ ਦੇ ਵਿੱਚ ਨਹੀਂ ਆਉਂਦਾ। ਉਹ ਤਾਂ ਮੰਨਦੇ ਹੀ ਨਹੀਂ ਵੀ ਆਤਮਾ ਕੋਈ ਹੁੰਦੀ ਹੈ, ਜਨਮ ਮਰਨ ਕੋਈ ਹੁੰਦਾ, ਧਰਮ ਰਾਜੇ ਦੀ ਕਚਹਿਰੀ ਹੁੰਦੀ ਹੈ। ਪਰ ਸਤਿਗੁਰ ਸੱਚੇ ਪਾਤਸ਼ਾਹ ਇੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਜਿਹੜੇ ਬਚਨ ਹੈ ਉਹਨਾਂ ਦੀ ਬਾਬਤ ਭਾਈ ਦਇਆ ਸਿੰਘ ਜੀ ਕਹਿ ਰਹੇ ਹੈ ਕਿ ਜਿਹੜੀ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਸਿੱਖਿਆ ਦਿੱਤੀ ਹੈ ਕਿ ਦੇਹ ਦੀ ਹੰਤਾ, ਦੇਹ ਦਾ ਮਾਣ ਅਭਿਮਾਨ ਕਦੇ ਵੀ ਨਾ ਕਰੇ ਮਨੁੱਖ, ਕਿਉਂਕਿ ਤਨ ਦੀ ਹੰਤਾ, ਦੇਹ ਅਭਿਮਾਨ ਦੇ ਵਿੱਚ ਹੀ ਸਾਰੇ ਉਤਪਾਤ ਉਪਦਰਵ ਹਨ। ਤੇ ਕਹਿੰਦੇ ਇਹਦੇ ਨਾਲ ਹੀ ਵਾਰ-ਵਾਰ ਦੁੱਖਾਂ ਦੀ ਪ੍ਰਾਪਤੀ ਹੁੰਦੀ ਹੈ, ਮਨੁੱਖ ਵਾਰ-ਵਾਰ ਪਛਤਾਉਂਦਾ ਹੈ। ਇਹ ਹਉਮੈ ਦੀਰਘ ਰੋਗ ਹੈ। ਇਸ ਹਉਮੈ ਹੰਕਾਰ ਦੇ ਕਰਕੇ ਹੀ ਵਾਰ-ਵਾਰ ਮਨੁੱਖ ਜਨਮ ਮਰਨ ਦੇ ਚੱਕਰ ਵਿੱਚ ਪੈਂਦਾ ਹੈ। ਇਸ ਤਰ੍ਹਾਂ ਕਹਿੰਦੇ ਬਹੁਤ ਸਾਰੇ ਸੰਕਟਾਂ ਦੇ ਵਿੱਚ ਪੈ ਕੇ ਮਰਦਾ ਹੈ। ਮਮਤਾ ਤੋਂ ਲੈ ਕੇ ਹੋਰ ਜਿੰਨੇ ਵੀ ਵਿਕਾਰ ਉਪਜਦੇ ਹਨ ਅਨੇਕਾਂ ਤਰ੍ਹਾਂ ਦੇ। ਇਸੇ ਤਰ੍ਹਾਂ ਜਿਹੜੀ ਤਨ ਦੀ ਹੰਗਤਾ ਹੈ ਕਿ ਇਹ ਮੇਰਾ ਸਰੀਰ ਹੈ, ਇਹ ਮੈਂ ਕਰ ਰਿਹਾ ਹਾਂ, ਕਹਿੰਦੇ ਇਹਦੀ ਜਨਤੀ ਅਵਿਵੇਕ, ਅਵਿਦਿਆ ਹੈ, ਅਗਿਆਨ ਇਹਨੂੰ ਪੈਦਾ ਕਰਦਾ ਹੈ। ਫਿਰ ਕਹਿੰਦੇ ਭਾਈ ਜਿਹਦੇ ਉੱਤੇ ਗੁਰੂ ਦੀ ਕਰੁਣਾ ਕਿਰਪਾ ਹੋ ਜਾਵੇ ਉਹ ਮਨੁੱਖ ਫਿਰ ਤਨ ਦੀ ਹੰਗਤਾ ਨੂੰ ਨਾਸ਼ ਕਰ ਲੈਂਦਾ ਹੈ ਤੇ ਉਹ ਤਤ ਉਪਦੇਸ਼ ਜਿਹੜਾ ਗੁਰੂ ਨੇ ਬਖਸ਼ਿਸ਼ ਕੀਤਾ ਹੋਇਆ ਉਹਨੂੰ ਜਾਣ ਲੈਂਦਾ ਹੈ, ਨਾਮ ਦੇ ਵਿੱਚ ਲਿਵ ਲਾ ਕੇ। ਫਿਰ ਕਹਿੰਦੇ ਉਹ ਜਨਮ ਮਰਨ ਦੇ ਦੁੱਖਾਂ ਤੋਂ ਉਹਦਾ ਛੁਟਕਾਰਾ ਹੋ ਜਾਂਦਾ, ਕਰਮਾਂ ਦੇ ਬੰਧਨਾਂ ਤੋਂ ਰਹਿਤ ਹੋ ਜਾਂਦਾ ਹੈ। ਸੋ ਇੱਥੇ ਇਸ ਜੋ ਕਰਮ ਨਿਰਣੈ ਵਾਲਾ ਅਧਿਆਇ ਹੈ ਇਹਦੀ ਸਮਾਪਤੀ ਹੈ। ਆਪਾਂ ਬਹੁਤ ਵਿਸਥਾਰ ਸਹਿਤ ਇਹ ਦੱਸਣ ਦਾ ਯਤਨ ਆਪ ਜੀ ਨੂੰ ਦਾਸ ਨੇ ਕੀਤਾ ਹੈ। ਖੈਰ ਜਿੰਨੀ ਸਤਿਗੁਰ ਨੇ ਮੱਤ ਬਖਸ਼ੀ ਹੈ ਉਸ ਮੁਤਾਬਕ ਬੁਲਾਰੇ ਦੱਸਦੇ ਹੈ ਅਤੇ ਜਿੰਨੀ ਮੱਤ ਸਰੋਤਿਆਂ ਨੂੰ ਗੁਰੂ ਮਹਾਰਾਜ ਕਿਰਪਾ ਕਰਕੇ ਬਖਸ਼ਿਸ਼ ਕਰਦੇ ਆ ਉਸ ਮੁਤਾਬਕ ਹੀ ਕਿਸੇ ਨੂੰ ਥੋੜ੍ਹੀ ਅਤੇ ਕਿਸੇ ਨੂੰ ਬਹੁਤੀ ਸਮਝ ਆਉਂਦੀ ਹੈ। ਇਹ ਗਹਿਰ ਗੰਭੀਰ ਵਿਸ਼ੇ ਜਿਹੜੇ ਅਗਲੇ ਅਧਿਆਇਆਂ ਦੇ ਵਿੱਚ ਇਸ ਤੋਂ ਵੀ ਥੋੜ੍ਹੇ ਡੂੰਘੇ ਅਰਥਾਂ ਵਾਲੇ ਜਿਹੜੇ ਅਧਿਆਏ ਆਉਣਗੇ, ਅੱਗੇ ਕਥਾ ਆਵੇਗੀ, ਆਤਮ ਵਿਚਾਰ ਚੱਲੇਗਾ, ਵਿਦਾਂਤ ਵਿਚਾਰ ਚੱਲੇਗਾ, ਆਤਮਾ ਕੀ ਹੈ, ਪਰਮਾਤਮਾ ਨਾਲੋਂ ਕਿਵੇਂ ਵਿਛੜੀ ਹੈ, ਪਰਮਾਤਮਾ ਦਾ ਸਰੂਪ ਕਿਵੇਂ ਹੋਣਾ ਹੈ। ਸੋ ਬਿਰਤੀਆਂ ਨੂੰ ਸੂਖਮ ਕਰਕੇ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਗੁਰੂ ਕਿਰਪਾ ਦੁਆਰਾ ਇਹ ਰਲ ਮਿਲ ਕੇ ਵਿਚਾਰਾਂਗੇ, ਪੜ੍ਹਾਂਗੇ, ਸੁਣਾਂਗੇ ਜੀ। ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਨੀ, ਸਤਿਗੁਰੂ ਜੀ ਸਮੱਤ ਬਖਸ਼ਿਸ਼ ਕਰਨ, ਕੀਤੀ ਗਈ ਸੇਵਾ ਦਰ ਦੇ ਉੱਤੇ ਪ੍ਰਵਾਨ ਕਰਨ। ਆਓ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਉਪਰੰਤ ਗੁਰਫਤਿਹ ਦੀ ਸਾਂਝ ਕਰੀਏ, ਫਿਰ ਅਰਦਾਸ ਵਿੱਚ ਹਾਜ਼ਰੀ ਲਵਾਈਏ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।